ਕੀ ਤੁਸੀਂ ਜਾਣਦੇ ਹੋ ਐਮਟੀਪੀ ਤੋਂ ਪਹਿਲਾਂ ਅਲਟਰਾਸਾਊਂਡ ਕਰਵਾਉਣਾ ਕਿਉਂ ਜ਼ਰੂਰੀ ਹੈ? ਹੈਲੋ, ਮੈਂ ਹਾਂ ਡਾਕਟਰ ਆਂਚਲ ਨੰਦਰਾਜੋਗ, ਗਾਇਨਕੋਲੋਜਿਸਟ, ਸਿਵਲ ਹਸਪੀਟਲ ਫਿਰੋਜ਼ਪੁਰ। ਕੁਝ ਟਾਈਮ ਪਹਿਲਾਂ ਮੈਂ ਆਪਰੇਟ ਕੀਤਾ ਜਿਸ ਦਾ ਪ੍ਰੀਜ਼ੰਪਟਿਵ ਡਾਇਗਨੋਸਿਸ ਸੀ ਕ੍ਰੋਨਿਕ ਐਕਟੋਪਿਕ ਪ੍ਰੈਗਨੈਂਸੀ। ਪੇਸ਼ੈਂਟ ਜਦ ਮੇਰੇ ਕੋਲ ਓਪੀਡੀ ਵਿੱਚ ਆਈ ਤਾਂ ਬਹੁਤ ਘਬਰਾਈ ਹੋਈ ਸੀ, ਬਟ ਵਾਈਟਲਸ ਸਟੇਬਲ ਸਨ। ਪੇਸ਼ੈਂਟ ਨੇ ਹਿਸਟਰੀ ਦਿੱਤੀ ਕਿ ਉਸ ਦਾ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਸੀ। ਜਦੋਂ ਉਹ ਇੱਕ ਲੋਕਲ ਸੈਂਟਰ 'ਤੇ ਨਰਸ ਕੋਲ ਗਈ ਜਿਸ ਨੇ ਉਸ ਦੀ ਸਫਾਈ ਕਰ ਦਿੱਤੀ ਅਤੇ ਕਿਹਾ ਕਿ ਹੁਣ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਕੁਝ ਦਿਨ ਬਾਅਦ ਜਦੋਂ ਬਲੀਡਿੰਗ ਕੰਟਰੋਲ ਨਹੀਂ ਹੋਈ ਤਾਂ ਪੇਸ਼ੈਂਟ ਨੇ ਇੱਕ ਅਲਟਰਾਸਾਊਂਡ ਕਰਵਾਈ। ਉਸ ਅਲਟਰਾਸਾਊਂਡ ਵਿੱਚ ਇੱਕ ਪੈਲਵਿਕ ਕਲੈਕਸ਼ਨ ਆਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੇਸ਼ੈਂਟ ਨੇ ਇਸ ਸਕੈਨ ਤੋਂ ਬਾਅਦ ਵੀ ਕੋਈ ਡਾਕਟਰੀ ਹੈਲਪ ਨਹੀਂ ਲਈ। ਹੋਰ ਦਿਨ ਬੀਤ ਗਏ, ਪੇਸ਼ੈਂਟ ਦੀ ਬਲੀਡਿੰਗ ਕੰਟਰੋਲ ਨਹੀਂ ਹੋਈ। ਫਿਰ ਪੇਸ਼ੈਂਟ ਨੇ ਇੱਕ ਹੋਰ ਸਕੈਨ ਕਰਵਾਈ ਜਿਸ ਵਿੱਚ ਪੈਲਵਿਕ ਕਲੈਕਸ਼ਨ ਦਾ ਸਾਈਜ਼ ਵੱਧ ਗਿਆ ਸੀ। ਇਹ ਸਕੈਨ ਲੈ ਕੇ ਪੇਸ਼ੈਂਟ ਬਹੁਤ ਘਬਰਾਈ ਹੋਈ ਮੇਰੀ ਓਪੀਡੀ ਵਿੱਚ ਆਈ। ਆਪਰੇਟ ਕਰਨ ਤੇ ਪਤਾ ਲੱਗਾ ਕਿ ਪੇਸ਼ੈਂਟ ਦੀ ਇੱਕ ਸਾਈਡ ਦੀ ਫੈਲੋਪੀਅਨ ਟਿਊਬ ਫਟ ਚੁੱਕੀ ਸੀ, ਯਾਨੀ ਕਿ ਟਿਊਬਲ ਰਪਚਰ ਸੀ। ਉਸ ਜਗ੍ਹਾ ਤੋਂ ਥੋੜੀ ਬਲੀਡਿੰਗ ਹੋ ਰਹੀ ਸੀ ਅਤੇ ਪੇਸ਼ੈਂਟ ਦੀ ਪੈਲਵਿਕ ਕੈਵਿਟੀ ਦੇ ਵਿੱਚ ਯੂਟਰਸ, ਅੰਡੇਦਾਨੀਆਂ ਅਤੇ ਆਂਤੜੀਆਂ ਦੇ ਵਿੱਚ ਇੱਕ ਬਲੱਡ ਕਲੈਕਸ਼ਨ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਲਟਰਾਸਾਊਂਡ ਦੀ ਐਮਟੀਪੀ ਤੋਂ ਪਹਿਲਾਂ ਕੀ ਇੰਪੋਰਟੈਂਸ ਹੈ। ਫਸਟ ਆਫ ਆਲ, ਅਲਟਰਾਸਾਊਂਡ ਦੱਸਦਾ ਹੈ ਕਿ ਲੋਕੇਸ਼ਨ ਆਫ ਪ੍ਰੈਗਨੈਂਸੀ ਕੀ ਹੈ, ਕਿ ਵਾਕਈ ਹੀ ਪ੍ਰੈਗਨੈਂਸੀ ਯੂਟਰਸ ਦੇ ਵਿੱਚ ਹੈ ਜਾਂ ਫਿਰ ਫੈਲੋਪੀਅਨ ਟਿਊਬਸ, ਓਵਰੀ, ਪੁਰਾਣੇ ਸਿਜ਼ੇਰੀਅਨ ਦੇ ਸਕਾਰ ਵਿੱਚ ਜਾਂ ਫਿਰ ਅਬਡੋਮਨ ਵਿੱਚ ਤਾਂ ਨਹੀਂ ਹੈ। ਯੂਟਰਸ ਤੋਂ ਇਲਾਵਾ ਕਿਤੇ ਹੋਰ ਪ੍ਰੈਗਨੈਂਸੀ ਠਹਿਰਦੀ ਹੈ ਤਾਂ ਉਹਨੂੰ ਐਕਟੋਪਿਕ ਪ੍ਰੈਗਨੈਂਸੀ ਕਿਹਾ ਜਾਂਦਾ ਹੈ। ਐਕਟੋਪਿਕ ਪ੍ਰੈਗਨੈਂਸੀ ਅਗਰ ਰਪਚਰ ਕਰ ਜਾਏ ਤਾਂ ਇੱਕ ਜਾਨਲੇਵਾ ਸਥਿਤੀ ਬਣ ਜਾਂਦੀ ਹੈ। ਸੈਕੰਡਲੀ, ਅਲਟਰਾਸਾਊਂਡ ਤੋਂ ਇਹ ਪਤਾ ਲੱਗਦਾ ਹੈ ਕਿ ਡਿਊਰੇਸ਼ਨ ਆਫ ਪ੍ਰੈਗਨੈਂਸੀ ਕੀ ਹੈ, ਕਿੰਨੇ ਟਾਈਮ ਦੀ ਪ੍ਰੈਗਨੈਂਸੀ ਹੈ, ਕਿਉਂਕਿ ਅਗਰ 9 ਵੀਕਸ ਤੋਂ ਉੱਪਰ ਦੀ ਪ੍ਰੈਗਨੈਂਸੀ ਹੋਏ ਤਾਂ ਫਿਰ ਸਰਜੀਕਲ ਅਬੋਰਸ਼ਨ ਦੀ ਜ਼ਰੂਰਤ ਪੈ ਸਕਦੀ ਹੈ। ਸੋ ਲੇਡੀਜ਼, ਕੀਪ ਯੋਰਸੈਲਫ ਸੇਫ। ਅਗਰ ਐਮਟੀਪੀ ਦੀ ਜ਼ਰੂਰਤ ਪੈਂਦੀ ਹੈ ਤਾਂ ਪਲੀਜ਼ ਇੱਕ ਸਰਟੀਫਾਈਡ ਡਾਕਟਰ ਜਾਂ ਗਾਇਨਕੋਲੋਜਿਸਟ ਦੀ ਹੀ ਕੰਸਲਟੇਸ਼ਨ ਲੈਣੀ ਚਾਹੀਦੀ ਹੈ। ਥੈਂਕ ਯੂ।